ਕਬੀਰ ਜੀ 132ਵੇਂ ਸ਼ਲੋਕ ਵਿੱਚ ਬਚਨ ਕਰਦੇ ਨੇ, ਕਬੀਰਾ ਰਾਮ ਨ ਚੇਤਿਓ, ਜਰਾ ਪਹੁੰਚਿਓ ਆਏ। ਲਾਗੀ ਮੰਦਰ ਦੁਆਰ ਤੇ, ਅਬ ਕਿਆ ਕਾਢਿਆ ਜਾਏ। ਐ ਕਬੀਰ, ਪਰਮਾਤਮਾ ਨੂੰ ਚੇਤੇ ਹੀ ਨਾ ਕੀਤਾ। ਮਾਲਕ ਜਿਸ ਨੇ ਜੀਵਨ ਬਖਸ਼ਿਆ, ਇੰਨੀਆਂ ਦਾਤਾਂ ਦਿੱਤੀਆਂ, ਕੀਮਤੀ ਇੰਦਰੇ ਬਖਸ਼ੇ, ਇੰਦਰਿਆਂ ਵਿੱਚ ਸਮਰੱਥਾ ਧਰੀ, ਭੋਗਣ ਲਈ ਪਦਾਰਥ ਸੁੱਖਾਂ ਦੇ ਸਾਧਨ ਦਿੱਤੇ, ਉਸ ਦੀ ਯਾਦ ਹੀ ਨਾ ਆਈ। ਰਾਮ ਨਾ ਚੇਤਿਓ। ਸਮਾਂ ਤਾਂ ਰੁਕਦਾ ਨਹੀਂ, ਉਹ ਆਪਣੀ ਚਾਲੇ ਆਪਣੀ ਰਫਤਾਰੇ ਤੁਰਿਆ ਗਿਆ। ਕਦੀ ਮਾਤਾ ਦੇ ਪੇਟ ਵਿੱਚ ਸਾਂ, ਫਿਰ ਜਨਮ ਹੋਇਆ, ਬਚਪਨ ਦੇ ਬਰਸ ਬੀਤੇ, ਫਿਰ ਜਵਾਨੀ ਆਈ, ਉਹ ਵੀ ਲੰਘ ਗਈ, ਫਿਰ ਬੁਢਾਪਾ ਆ ਗਿਆ। ਬੁਢਾਪੇ ਵਿੱਚ ਹਰ ਮਨੁੱਖ ਚਾਹੁੰਦਾ ਹੈ ਨੌਜਵਾਨ ਉਸ ਦੇ ਪੈਰੀਂ ਹੱਥ ਲਾਵਣ, ਝੁਕਣ, ਕਿਉਂਕਿ ਮੈਂ ਬਜ਼ੁਰਗ ਹਾਂ। ਪਰ ਬਜ਼ੁਰਗੀ ਅਕਲ ਨਾਲ ਆਉਂਦੀ ਹੈ, ਸਾਲਾਂ ਨਾਲ ਨਹੀਂ। ਅਕਲ ਭਾਈ ਬੂੜੇ ਦੇ ਪਾਸ ਸੀ ਤੇ 10-12 ਬਰਸ ਦੀ ਆਯੂ ਵਿੱਚ ਵੀ ਗੁਰੂ ਨਾਨਕ ਸਾਹਿਬ ਆਖਦੇ ਨੇ, ਤੂੰ ਭਾਈ ਬੂੜਾ ਨਹੀਂ, ਤੂੰ ਬਾਬਾ ਬੁੱਢਾ ਹੈ, ਤੂੰ ਬਜ਼ੁਰਗ ਹੈ। ਤੇਰੇ ਅੰਦਰ ਬਜ਼ੁਰਗੀ ਵਾਲੇ ਸਾਰੇ ਗੁਣ ਨੇ, ਤੇ ਬਜ਼ੁਰਗੀ ਦੀ ਉਮਰ ਵਿੱਚ ਬੇਅਕਲਾਂ ਦੀ ਕੋਈ ਕਮੀ ਨਹੀਂ, ਬਹੁਤ ਫਿਰਦੇ ਨੇ। ਬਜ਼ੁਰਗੀ ਵਾਲਾ ਇੱਕ ਵੀ ਗੁਣ ਪੱਲੇ ਨਹੀਂ। ਉਹੀ ਬਚਪਨ ਦੀਆਂ ਆਦਤਾਂ ਹਨ, ਉਹੀ ਸੋਚਾਂ ਹਨ। ਖਿਲੌਣਿਆਂ ਵਿੱਚ ਹੀ ਉਲਝੇ ਹੋਏ ਬੁਢਾਪੇ ਦੀ ਅਵਸਥਾ ਵਿੱਚ ਵੀ ਲੋਕ ਮਿਲ ਜਾਣਗੇ। ਕਬੀਰ ਜੀ ਕਹਿੰਦੇ ਨੇ, ਜਰਾ ਪਹੁੰਚਿਓ ਆਏ। ਜਰਾ ਹੈ ਬੁਢਾਪਾ, ਬੁਢਾਪਾ ਆਣ ਪੁੱਜਾ ਹੈ। ਜੇ ਤਾਂ ਆਦਮੀ ਹੋਵੇ ਦੇਖਣ ਵਾਲਾ, ਤਾਂ ਬੁਢਾਪਾ ਬੜਾ ਕੀਮਤੀ ਹੈ। ਬੁਢਾਪੇ ਦੀ ਇੱਕ ਇੱਕ ਨਿਸ਼ਾਨੀ ਸਾਨੂੰ ਖਬਰ ਦਿੰਦੀ ਹੈ, ਮਿੱਤਰਾ ਬਹੁਤਾ ਸਮਾਂ ਬੀਤ ਗਿਆ। ਹੁਣ ਹੀ ਮਾਲਕ ਦੀ ਯਾਦ ਵਿੱਚ ਜੁੜ ਜਾ। ਆਗੇ ਸਮਝ ਚੱਲੋ ਨੰਦ ਲਾਲਾ ਪਾਤਸ਼ਾਹ, ਜੋ ਬੀਤੀ ਸੋ ਬੀਤੀ। ਮੰਨਿਆ ਬਚਪਨ ਚਲਾ ਗਿਆ ਹੈ, ਮੰਨਿਆ ਜਵਾਨੀ ਵੀ ਤੂੰ ਗਵਾ ਲਈ, ਬੁਢਾਪਾ ਤਾਂ ਨਾ ਗਵਾ। ਇਸ ਤੋਂ ਅਗਾਂਹ ਤਾਂ ਕੋਈ ਸਟੇਜ ਨਹੀਂ ਸਿਵਾਏ ਮੌਤ ਦੇ। ਬਚਪਨ ਵਿੱਚ ਮੰਨ ਲਿਆ ਤੂੰ ਅਣਜਾਣਾ ਸਹਿ, ਸਮਝ ਨਹੀਂ ਸੀ। ਜਵਾਨੀ ਵਿੱਚ ਵੀ ਭਟਕਿਆ ਰਹੇ ਹੋ, ਤੈਨੂੰ ਬੁਢਾਪੇ ਤੇ ਉਮੀਦ ਸੀ, ਕੋਈ ਗੱਲ ਨਹੀਂ। ਇਹ ਭਜਨ ਬੰਦਗੀ ਬੁਢਾਪੇ ਵਿੱਚ ਵਿਹਲੇ ਹੋ ਕੇ ਕਰਾਂਗੇ। ਗੱਲ ਕੋਈ ਬਹੁਤੀ ਚੰਗੀ ਨਹੀਂ। ਇਸ ਨੂੰ ਸਿਆਣਪ ਤਾਂ ਨਹੀਂ ਆਖਿਆ ਜਾ ਸਕਦਾ, ਪਰ ਟਾਲਣ ਦਾ ਇੱਕ ਬਹਾਨਾ ਜ਼ਰੂਰ ਹੈ। ਪ੍ਰੋਫੈਸਰ ਮੋਹਨ ਸਿੰਘ ਜੀ ਦੇ ਬਚਨ ਹਨ, ਨਿੱਕੇ ਹੁੰਦੇ ਢੱਗੇ ਚਾਰੇ, ਵੱਡੇ ਹੋਏ ਹਲ ਵਾਇਆ, ਬੁੱਢੇ ਹੋਏ ਮਾਲਾ ਫੇਰੀ, ਰੱਬ ਦਾ ਉਲਾਮਾ ਲਾਇਆ। ਪਰ ਇਤਨਾ ਵੀ ਕੋਈ ਕਰ ਲਵੇ ਤਾਂ ਵੀ ਕੁਝ ਤਾਂ ਕੀਤਾ ਹੀ ਹੈ। ਮੰਨਿਆ ਇੱਕ ਗੁਸਤਾਖੀ ਹੈ ਕਿ ਸਭ ਤੋਂ ਕੀਮਤੀ ਕੰਮ ਨੂੰ ਸਭ ਤੋਂ ਪਿੱਛੇ ਰੱਖਿਆ ਹੈ। ਪਰ ਬੁਢਾਪੇ ਵਿੱਚ ਪੁੱਜ ਗਏ ਜਿੰਨੇ ਭੈਣ ਭਾਈ ਇਹਨਾਂ ਬਚਨਾਂ ਨੂੰ ਸੁਣ ਰਹੇ ਨੇ, ਅਜੇ ਵੀ ਸਮਝ ਕੇ ਬੰਦਗੀ ਵੱਲ ਲੱਗ ਜਾਇਆ ਜਾਏ ਤਾਂ ਵੀ ਦੇਰ ਆਏ ਦਰੁਸਤ ਆਏ ਆਖਿਆ ਜਾ ਸਕਦਾ ਹੈ।
ਸਵੇਰ ਦੇ ਕੁੱਥੇ ਸ਼ਾਮ ਨੂੰ ਵੀ ਘਰ ਆ ਗਏ, ਮੰਜ਼ਿਲ ਮਿਲ ਗਈ। ਜੇ ਫਿਰ ਵੀ ਨਾ ਸਮਝੇ, ਬੁਢਾਪੇ ਵਿੱਚ ਪਹੁੰਚ ਕੇ ਵੀ ਨਾ ਸਮਝੇ, ਤਾਂ ਬੜੀ ਮੁਸ਼ਕਿਲ ਹੋਵੇਗੀ। ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਬਚਨ ਹਨ। ਆਪ ਜੀ ਫਰਮਾਉਂਦੇ ਨੇ, ਤਰਨਾਪੋ ਇਉਂ ਹੀ ਗਇਓ, ਤਰੁਣ ਅਵਸਥਾ ਜਵਾਨੀ ਦੀ ਉਮਰ ਇੰਝ ਹੀ ਲੰਘਾ ਦਿੱਤੀ। ਸਮਾਂ ਬੀਤਦਾ ਗਿਆ, ਆਖਰ ਬੁਢਾਪਾ ਆਣ ਕਾਬਜ਼ ਹੋਇਆ। ਲਿਓ ਜਰਾ ਤਨ ਜੀਤ, ਤੇ ਬੁਢਾਪੇ ਨੇ ਇਸ ਸਰੀਰ ਨੂੰ ਜਿੱਤ ਲਿਆ। ਬੁਢਾਪੇ ਦਾ ਹੱਲਾ ਹੋ ਗਿਆ। ਜਦ ਬੁਢਾਪਾ ਸਰੀਰ ਨੂੰ ਜਿੱਤਦਾ ਹੈ ਤਾਂ ਜਵਾਨੀ ਵਾਲੀਆਂ ਸ਼ਕਤੀਆਂ ਕਮਜ਼ੋਰ ਪੈਣੀਆਂ ਸ਼ੁਰੂ ਹੋ ਜਾਂਦੀਆਂ ਨੇ। ਇੰਦਰੀਆਂ ਦੀ ਸਮਰੱਥਾ ਘਟਣੀ ਪ੍ਰਾਰੰਭ ਹੋ ਜਾਂਦੀ ਹੈ। ਉਹ ਸੱਤਿਆ, ਉਹ ਬਲ ਨਹੀਂ ਰਹਿ ਜਾਂਦਾ। ਪਰ ਗੁਰੂ ਤੇਗ ਬਹਾਦਰ ਸਾਹਿਬ ਜੀ ਫਿਰ ਵੀ ਕਹਿੰਦੇ ਨੇ, ਐ ਮਨਾ ਸਮਝ, ਜਵਾਨੀ ਤਾਂ ਤੂੰ ਇੰਝ ਹੀ ਲੰਘਾ ਦਿੱਤੀ। ਬਚਪਨ ਦੀ ਮੈਂ ਤੈਨੂੰ ਕੁਝ ਆਖਦਾ ਨਹੀਂ ਗੱਲ, ਕਿਉਂਕਿ ਅਣਜਾਣਾਪਣ ਸੀ। ਹਰ ਵਿਅਕਤੀ ਇਤਨਾ ਕਾਬਿਲ ਨਹੀਂ ਕਿ ਉਹ ਬਚਪਨ ਵਿੱਚ ਹੀ ਇੰਨੀ ਉੱਚੀ ਸੋਚ 'ਤੇ ਪਹੁੰਚ ਜਾਏ। ਕੋਈ ਪਹੁੰਚ ਜਾਏ ਤਾਂ ਬਹੁਤ ਖੁਸ਼ਕਿਸਮਤ ਹੋਵੇਗਾ। ਪਰ ਤੂੰ ਜਵਾਨੀ ਵੀ ਗਵਾ ਲਈ, ਲੰਘ ਗਈ। ਬੁਢਾਪੇ ਨੇ ਤੇਰੇ ਸਰੀਰ ਨੂੰ ਜਿੱਤ ਲਿਆ ਹੈ। ਕਾਲਿਓਂ ਧੌਲੇ ਆ ਗਏ ਨੇ, ਦਿਖਾਈ ਘੱਟ ਦਿੰਦਾ ਹੈ, ਸੁਣਾਈ ਘੱਟ ਦਿੰਦਾ ਹੈ। ਹੱਥਾਂ ਵਿੱਚ ਉਹ ਪਕੜ ਨਹੀਂ ਰਹੀ, ਪੈਰਾਂ ਵਿੱਚ ਉਹ ਸ਼ਕਤੀ ਨਹੀਂ ਰਹੀ। ਹਾਜ਼ਮਾ ਵੀ ਉਤਨਾ ਚੰਗਾ ਨਾ ਰਿਹਾ, ਭੋਜਨ ਬਾ ਮੁਸ਼ਕਿਲ ਹਜ਼ਮ ਹੁੰਦਾ ਹੈ। ਇਹ ਸਾਰੀਆਂ ਨਿਸ਼ਾਨੀਆਂ ਨੇ। ਦੰਦ ਚੜ ਗਏ, ਇੰਦਰੇ ਕਮਜ਼ੋਰ ਪੈ ਗਏ। ਇਹ ਨਿਸ਼ਾਨੀਆਂ ਨੇ। ਸਮਾਂ ਨੇੜੇ ਆ ਰਿਹਾ ਹੈ ਜਾਣ ਦਾ। ਬੁਢਾਪੇ ਨੇ ਤਨ ਜਿੱਤ ਲਿਆ। ਹੁਣ ਹੀ ਸਾਵਧਾਨ ਹੋ ਜਾ। ਬਹੁਤਾ ਸਮਾਂ ਤਾਂ ਬੀਤ ਗਿਆ, ਗੁਆਚ ਗਿਆ, ਪਰ ਅਜੇ ਜਾਗ। ਅਜਹੂ ਸਮਝ, ਕੱਛ ਬਿਗੜਿਓ ਨਾਹਿਨ, ਭਜਲੇ ਨਾਮ ਮੁਰਾਰ। ਸਤਿਗੁਰੂ ਜੀ ਨੇ ਆਖਿਆ, ਅਜੇ ਵੀ ਸੁਰਤ ਸਿਰਜਣਹਾਰ ਵੱਲ ਮੋੜ ਲਵੇਂ ਤਾਂ ਵੀ ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਿਆ। ਹੁਣ ਵੀ ਜੀਵਨ ਸਵਰ ਸਕਦਾ ਹੈ। ਲੇਕਿਨ ਜੇ ਫਿਰ ਵੀ ਨਾ ਸਮਝੇ ਤਾਂ ਬੜੀ ਮੁਸ਼ਕਿਲ ਹੈ। ਸਤਿਗੁਰੂ ਕਹਿੰਦੇ ਨੇ, ਜਵਾਨੀ ਤੇਰੀ ਲੰਘ ਗਈ, ਤਰਨਾਪੋ ਇਉਂ ਹੀ ਗਇਓ, ਲਿਓ ਜਰਾ ਤਨ ਜੀਤ। ਬੁਢਾਪੇ ਨੇ ਕਬਜ਼ਾ ਕਰ ਲਿਆ ਸਰੀਰ ਤੇ। ਕਹੋ ਨਾਨਕ ਭਜ ਹਰਿ ਮਨਾ, ਔਦ ਜਾਤ ਹੈ ਬੀਤ। ਉਮਰ ਬੀਤਦੀ ਜਾ ਰਹੀ ਹੈ ਤੇ ਬੁਢਾਪਾ ਖਬਰ ਦਿੰਦਾ ਹੈ ਕਿ ਵਧੇਰੇ ਬੀਤ ਗਈ, ਥੋੜੀ ਬਾਕੀ ਹੈ। ਹੁਣ ਹਰੀ ਨੂੰ ਭਜ ਲੈ, ਮਾਲਕ ਨੂੰ ਚੇਤੇ ਕਰ, ਨਹੀਂ ਤੇ ਇਹ ਜਿਹੜੇ ਥੋੜੇ ਦਿਨ ਬਚਦੇ ਨੇ ਬੀਤ ਇਹ ਵੀ ਜਾਣੇ ਨੇ। ਸਮੇਂ ਨੂੰ ਕੋਈ ਰੋਕ ਸਕਿਆ? ਕੋਈ ਨਹੀਂ, ਔਰ ਕਦੀ ਨਹੀਂ। ਮਨ ਨੂੰ ਪ੍ਰੇਰਨਾ ਦਿੱਤੀ ਇਸ ਸ਼ਲੋਕ ਅੰਦਰ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ। ਤੇ ਅਗਲੇ ਸ਼ਲੋਕ ਵਿੱਚ ਥੋੜੇ ਸਖਤ ਸ਼ਬਦ ਵੀ ਇਸਤੇਮਾਲ ਕੀਤੇ। ਕਹਿਣ ਲੱਗੇ, ਜੇ ਇਸ ਬੁਢਾਪੇ ਵਿੱਚ ਪਹੁੰਚ ਕੇ ਵੀ ਤੂੰ ਸਮਝ ਪ੍ਰਾਪਤ ਨਾ ਕਰੇ, ਅਕਲ ਹਾਸਲ ਨਾ ਕਰੇ, ਜਵਾਨੀ ਤਾਂ ਤੇਰੀ ਲੰਘ ਗਈ, ਤੇ ਆਖਰੀ ਪਹਿਰ ਵਿੱਚ ਵੀ ਤੈਨੂੰ ਧਿਆਨ ਨਾ ਬਣ ਆਵੇ ਪ੍ਰਮਾਤਮਾ ਦਾ, ਫਿਰ ਤੂੰ ਸੱਚਮੁੱਚ ਪਾਗਲ ਹੈ। ਹੋਰ ਕੋਈ ਪਾਗਲ ਦੇ ਸਿਰ ਤੇ ਸਿੰਗ ਥੋੜੀ ਹੁੰਦੇ ਨੇ। ਪੂਰੀ ਤਰ੍ਹਾਂ ਪਾਗਲ ਹੈ। ਦੇਖੋ ਸਤਿਗੁਰੂ ਦੇ ਬਚਨ, ਬਿਰਧ ਭਇਓ ਸੂਝੈ ਨਹੀਂ, ਕਾਲ ਪਹੁੰਚਿਓ ਆਨ। ਕਹੋ ਨਾਨਕ ਨਰ ਬਾਵਰੇ, ਕਿਉਂ ਨਾ ਭਜੈ ਭਗਵਾਨ।
ਬੁਢਾਪਾ ਜ਼ੋਰ ਪਾ ਗਿਆ ਹੈ, ਸੁਝਦਾ ਤੈਨੂੰ ਫਿਰ ਨਹੀਂ ਸੱਤ, ਕਾਲ ਸਿਰ ਤੇ ਆ ਖੜੋਤਾ ਹੈ। ਓ ਬੌਰੇ, ਇਹ ਪਾਗਲ ਮਨੁੱਖ ਕਿਉਂ ਨਹੀਂ ਉਸ ਨਿਰੰਕਾਰ ਦੀ ਯਾਦ ਵਿੱਚ ਜੁੜ ਜਾਂਦਾ? ਅਜੇ ਵੀ ਜੁੜ ਜਾ। ਜਵਾਨੀ ਵਿੱਚ ਤਾਂ ਬਹੁਤ ਘੱਟ ਲੋਕ ਜੁੜਦੇ ਨੇ। ਇੰਦਰੀਆਂ ਦੀ ਸਮਰੱਥਾ ਹੰਕਾਰ ਭਰ ਦਿੰਦੀ ਹੈ। ਮੈਂ ਬਲਵਾਨ ਹਾਂ, ਮੈਂ ਖੂਬਸੂਰਤ ਹਾਂ, ਮੇਰੇ ਜੈਸਾ ਕੋਈ ਨਹੀਂ। ਉਹ ਤਾਂ ਟਾਵੇਂ ਪੁਰਸ਼ ਨੇ, ਹੈਨ ਵਡਭਾਗੀ ਜੋ ਜਵਾਨੀ ਦੇ ਪਹਿਰ ਵਿੱਚ ਸੇਵਾ ਸਿਮਰਨ ਵੱਲ ਲੱਗ ਜਾਵਣ। ਬਾਬਾ ਫਰੀਦ ਜੀ ਦੇ ਸ਼ਲੋਕਾਂ ਅੰਦਰ ਬਚਨ ਆਇਆ ਹੈ, ਫਰੀਦਾ ਉਮਰ ਸੁਹਾਵੜੀ, ਸੰਗ ਸਵੰਨੜੀ ਦੇਹ। ਕਾਇਆ ਵੀ ਤੰਦਰੁਸਤ ਹੋਵੇ, ਪੈਰ ਵੀ ਜਵਾਨੀ ਦਾ ਹੋਵੇ। ਫਰੀਦਾ ਉਮਰ ਸੁਹਾਵੜੀ, ਸੰਗ ਸਵੰਨੜੀ ਦੇਹ। ਵਿਰਲੇ ਕਈ ਪਾਈਨ, ਜਿਨ੍ਹਾਂ ਪਿਆਰੇ ਨੇਹ। ਉਹ ਟਾਵੇਂ ਹੀ ਨੇ ਜਿਨ੍ਹਾਂ ਦਾ ਉਸ ਪ੍ਰੀਤਮ ਨਾਲ ਇਸ ਵੇਲੇ ਸਨੇਹ ਬਣ ਜਾਏ। ਕਬੀਰ ਜੀ ਦਾ ਹੀ ਇੱਕ ਬਚਨ ਹੈ ਰਾਗ ਆਸਾ ਵਿੱਚ, ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 479 ਤੇ ਸੁਸ਼ੋਭਤ ਹੈ, ਜਿੱਥੇ ਭਗਤ ਜੀ ਆਖਦੇ ਨੇ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। 30 ਬਰਸ ਜ਼ਿੰਦਗੀ ਬੀਤਦੀ ਗਈ, 30 ਬਰਸ ਕਛ ਦੇਵ ਨ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਮੇਰੀ ਮੇਰੀ ਕਰਤੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲਇਓ। ਸਰੀਰ ਦੇ ਬਲ ਦਾ ਸਰੋਵਰ ਸੁੱਕ ਗਿਆ। ਜਿਨ੍ਹਾਂ ਬਾਹਾਂ ਤੇ ਭੁਜਾਵਾਂ ਤੇ ਬੜਾ ਮਾਣ ਸੀ, ਉਹ ਬਲ ਕਮਜ਼ੋਰ ਪੈ ਗਿਆ। ਹੁਣ ਇਹ ਕਰਦਾ ਕੀ ਹੈ? ਬੁਢਾਪੇ ਵਿੱਚ ਕੀ ਕਰਦਾ ਹੈ? ਸੂਕੇ ਸਰਵਰ ਪਾਲ ਬੰਧਾਵੈ, ਲੁਣੇ ਖੇਤ ਹੱਥ ਵਾਰ ਕਰੇ। ਆਇਓ ਚੋਰ ਤੁਰੰਤ ਹੈ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ। ਸਰੋਵਰ ਸੁੱਕ ਗਿਆ ਹੈ, ਇਹ ਪਾਲਾਂ ਬੰਨ੍ਹਦਾ ਹੈ, ਵੱਟਾਂ ਪਾਉਂਦਾ ਹੈ, ਪਾਣੀ ਨਿਕਲ ਨਾ ਜਾਏ। ਬੁਢਾਪੇ ਨੂੰ ਜਵਾਨੀ ਵਿੱਚ ਬਦਲਣ ਦੀ ਕੋਸ਼ਿਸ਼ ਕਰਦਾ ਹੈ ਕਿ ਮੌਤ ਦੇ ਸਾਹਮਣੇ ਇੱਕ ਵੱਟ ਖੜੀ ਕਰ ਦੇਵਾਂ, ਜ਼ਿੰਦਗੀ ਸਦਾ ਬਚੀ ਰਹੇ। ਤੌਲਿਆਂ ਨੂੰ ਕਾਲੇ ਕਰ ਲਿਆ, ਝੁਰੜੀਆਂ ਪੈ ਰਹੀਆਂ ਸਨ, ਸੀ ਤਾਂ ਖਬਰ ਕਿ ਹੁਣ ਚਮੜੀ ਵੀ ਤੇਰੀ ਇਕੱਠੀ ਹੋਣੀ ਸ਼ੁਰੂ ਹੋ ਗਈ ਹੈ, ਢਿਲਕਣੀ ਸ਼ੁਰੂ ਹੋ ਗਈ ਹੈ। ਇਸੇ ਕਾਰਨ ਝੁਰੜੀਆਂ ਪੈਂਦੀਆਂ ਨੇ। ਉਹ ਸੱਤਿਆ ਨਹੀਂ ਰਹੀ, ਲੇਕਿਨ ਇਸਨੇ ਪਲਾਸਟਿਕ ਸਰਜਰੀ ਕਰਵਾ ਲਈ। ਲੱਖ ਯਤਨ ਕਰੋ, ਉਹ ਬਲ ਜਵਾਨੀ ਵਾਲਾ ਵਾਪਸ ਨਹੀਂ ਆਵੇਗਾ। ਲੱਖ ਕਾਲੇ ਕਰ ਲਵੇ ਕੋਈ, ਸ਼ਕਤੀ ਕਿੱਥੋਂ ਲਿਆਉਣੀ ਹੈ? ਇਹ ਸੁੱਕੇ ਸਰਵਰ ਵਿੱਚ ਵੱਟਾਂ ਪਾ ਕੇ ਪਾਣੀ ਨੂੰ ਰੋਕਣਾ ਚਾਹੁੰਦਾ ਹੈ। ਲੂਣਾ ਖੇਤ ਹੱਥ ਵਾਰ ਕਰੇ। ਖੇਤ ਤਾਂ ਕੱਟਿਆ ਗਿਆ ਹੈ, ਇਹ ਵਾੜਾਂ ਲਗਾਉਂਦਾ ਫਿਰਦਾ ਹੈ। ਖੇਤ ਬਚ ਜਾਏ, ਨਹੀਂ ਬਚੇਗਾ। ਆਇਓ ਚੋਰ ਤੁਰੰਤ ਹੈ ਲੈ ਗਇਓ, ਮੇਰੀ ਰਾਖਤ ਮੁਗਧ ਫਿਰੈ। ਜਦੋਂ ਲੈਣ ਵਾਲਿਆਂ ਨੇ ਆਉਣਾ ਹੈ, ਉਹਨਾਂ ਪਲ ਨਹੀਂ ਲਾਉਣਾ, ਲੈ ਜਾਣਾ ਹੈ। ਬੁਢਾਪੇ ਦੀ ਅਵਸਥਾ ਕੀ ਹੈ? ਕਬੀਰ ਜੀ ਨੇ ਕਿਉਂ ਬੁਢਾਪੇ ਤੇ ਜ਼ੋਰ ਦੇ ਕੇ ਇਹ ਸ਼ਲੋਕ ਉਚਾਰਿਆ ਕਿ ਰਾਮ ਤੂੰ ਚੇਤਿਆ ਨਹੀਂ। ਬੁਢਾਪਾ ਪਹੁੰਚ ਗਿਆ ਹੈ, ਜਰਾ ਪਹੁੰਚਿਓ ਆਏ, ਤੇ ਤੁਲਨਾ ਦਿੱਤੀ ਲਾਗੀ ਮੰਦਰ ਦੁਆਰ ਤੇ, ਅਬ ਕਿਆ ਕਾਢਿਆ ਜਾਏ। ਜੇ ਕਿਸੇ ਘਰ ਨੂੰ ਬੂਹੇ ਵੱਲੋਂ ਹੀ ਅੱਗ ਲੱਗ ਜਾਏ, ਦਰਵਾਜ਼ੇ ਵੱਲੋਂ, ਕਿੰਨਾ ਕੁਝ ਬਚਾ ਲਏਗਾ, ਆਪਣਾ ਨਿਕਲਣਾ ਮੁਸ਼ਕਿਲ। ਸਿਆਣੇ ਲੋਕ ਜਦ ਇਮਾਰਤ ਬਣਾਉਂਦੇ ਨੇ ਤਾਂ ਉਹ ਇੱਕ ਦਰਵਾਜ਼ੇ ਤੇ ਨਹੀਂ ਰੁਕਦੇ। ਇੱਕ ਆਮ ਆਉਣ ਜਾਣ ਦਾ ਦਰਵਾਜ਼ਾ ਹੈ, ਲੇਕਿਨ ਉਹ ਇੰਤਜ਼ਾਮ ਕਰਦੇ ਨੇ ਬਾਈ ਦਾ ਵੇ ਕਿਸੇ ਵੇਲੇ ਕੋਈ ਘਟਨਾ ਐਸੀ ਵਰਤ ਜਾਏ
ਅੱਗ ਆਦਿਕ ਲੱਗਣ ਦਾ ਖਤਰਾ ਹੋਵੇ ਤਾਂ ਫਾਇਰ ਐਗਜ਼ਿਟ ਵੀ ਚਾਹੀਦਾ ਹੈ। ਅੱਗ ਲੱਗਣ 'ਤੇ ਕਿੱਥੋਂ ਦੀ ਨਿਕਲਣਾ ਹੈ? ਦਰਵਾਜ਼ੇ ਵੱਲੋਂ ਅੱਗ ਲੱਗ ਜਾਏ, ਦਰਵਾਜ਼ਾ ਇੱਕੋ ਹੀ, ਉੱਧਰੋਂ ਭਾਂਬੜ ਬਲ ਉੱਠੇ, ਕੋਈ ਖਿੜਕੀ ਦੁਆਰ ਚਾਹੀਦਾ ਹੈ ਜਿੱਥੋਂ ਕੁੱਦ ਸਕੇ, ਬਾਹਰ ਨਿਕਲ ਸਕੇ। ਉਸ ਦਾ ਤੂੰ ਇੰਤਜ਼ਾਮ ਹੀ ਨਾ ਕੀਤਾ। ਤੇਰਾ ਬਚਪਨ ਬੀਤ ਗਿਆ, ਉਹ ਦਿਹਾੜੇ ਰਾਖ ਹੋ ਗਏ। ਜਵਾਨੀ ਬੀਤ ਗਈ, ਉਹ ਸਮਾਂ ਰਾਖ ਹੋ ਗਿਆ। ਹੁਣ ਤਾਂ ਭਾਈ ਇੱਕ ਦਰਵਾਜ਼ਾ ਹੈ ਬੁਢਾਪੇ ਦਾ, ਉਸ 'ਤੇ ਵੀ ਅੱਗ ਲੱਗੀ ਹੋਈ ਹੈ। ਉਮਰ ਬੀਤਦੀ ਜਾ ਰਹੀ ਹੈ, ਪਲ ਪਲ ਸਮਾਂ ਤੇਰੇ ਹੱਥੋਂ ਖਿਸਕਦਾ ਜਾ ਰਿਹਾ ਹੈ। ਦਰਵਾਜ਼ੇ 'ਤੇ ਅੱਗ ਪਹੁੰਚੀ ਹੋਈ ਏ, ਨਿਕਲਦਾ ਤੂੰ ਹੈ ਨਹੀਂ। ਹੁਣ ਕਿਵੇਂ ਮਾਲ ਕੱਢੇਂਗਾ, ਕੀ ਬਚਾਏਂਗਾ? ਲਾਗੀ ਮੰਦਰ ਦੁਆਰ 'ਤੇ ਅਬ ਕਿਆ ਕਾਢਿਆ ਜਾਏ। ਬੂਹੇ 'ਤੇ ਅੱਗ ਲੱਗ ਗਈ ਮੰਦਰ ਦੇ, ਕੀ ਬਚਾਇਆ ਜਾ ਸਕਦਾ ਹੈ? ਸਭ ਕੁਝ ਬਚਾ ਸਕਣ ਦਾ ਤਾਂ ਕੋਈ ਵਸੀਲਾ ਨਹੀਂ, ਪਰ ਜਿਹੜੇ 4 ਸਾਹ ਤੇਰੇ ਕੋਲ ਨੇ ਇਹਨਾਂ ਨੂੰ ਕਿਸੇ ਅਰਥ ਲਗਾ ਲੈ। ਬੁਢਾਪਾ ਮੰਦਰ ਦੇ ਦੁਆਰ 'ਤੇ ਪਹੁੰਚ ਗਈ ਅੱਗ ਹੈ। ਕਬੀਰ ਜੀ ਦੇ ਬਚਨ ਆਸਾ ਰਾਗ ਵਿੱਚੋਂ ਆਪਾਂ ਵਿਚਾਰ ਰਹੇ ਸਾਂ। ਬੁਢਾਪੇ ਦੀ ਅਵਸਥਾ ਕੀ ਹੈ? ਚਰਨ, ਸੀਸ, ਕਰ। ਚਰਨ ਦਾ ਅਰਥ ਪੈਰ, ਸੀਸ ਸਿਰ ਨੂੰ ਆਖਦੇ ਨੇ, ਕਰ ਹੱਥਾਂ ਨੂੰ ਆਖਦੇ ਨੇ। ਸਿਰ ਕਦੀ ਬੜਾ ਆਕੜ ਕੇ ਖੜਾਉਂਦਾ ਸੀ ਜਵਾਨੀ ਵਿੱਚ। ਟੇਢੀ ਪਾਗ ਟੇਢੇ ਚੱਲੇ ਲਾਗੇ ਬੀਰੇ ਖਾਨ, ਭਾਓ ਭਗਤ ਸਿਉ ਕਾਜ ਨ ਕਛੂ ਹੈ ਮੇਰੋ ਕਾਮ ਦੀਵਾਨ, ਰਾਮ ਵਿਸਾਰਿਓ ਹੈ ਅਭਿਮਾਨ। ਇਸ ਤਰ੍ਹਾਂ ਦੀ ਅਵਸਥਾ ਸੀ। ਪਰ ਹੁਣ ਇਹ ਸਿਰ ਕੰਬਣ ਲੱਗ ਪਿਆ, ਹਿਲਦਾ ਹੈ, ਕਮਜ਼ੋਰ ਪੈ ਗਿਆ ਹੈ। ਪੈਰ ਵੀ ਕੰਬਦੇ ਨੇ, ਹੱਥ ਵੀ ਕੰਬਦੇ ਨੇ। ਚਰਨ ਸੀਸ ਕਰ ਕੰਪਨ ਲਾਗੇ, ਨੈਣੀ ਨੀਰ ਅਸਾਰ ਬਹੈ। ਅੱਖਾਂ ਵਿੱਚੋਂ ਪਾਣੀ ਵਗਣਾ ਸ਼ੁਰੂ ਹੋ ਗਿਆ ਹੈ, ਕਮਜ਼ੋਰੀ ਆ ਗਈ, ਦ੍ਰਿਸ਼ਟੀ ਬਹੁਤ ਕਮਜ਼ੋਰ ਪੈ ਗਈ। ਜਿਹਵਾ ਬਚਨ ਸੁਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੈ। ਜ਼ੁਬਾਨ ਤੋਂ ਆਖਣਾ ਕੁਝ ਚਾਹੁੰਦਾ ਹੈ, ਨਿਕਲਦਾ ਕੁਝ ਹੈ। ਆਪਣੇ ਵੱਲੋਂ ਕੁਝ ਬੋਲਦਾ ਹੈ, ਪਰ ਸਪਤ ਪਤਾਲ ਕੀ ਬਾਣੀ ਇਸ ਦੀ ਆਵਾਜ਼ ਬਣੀ ਹੋਈ ਹੈ। ਜਿਵੇਂ 7ਵੇਂ ਪਾਤਾਲ ਵਿੱਚੋਂ ਆਵਾਜ਼ ਆਉਂਦੀ ਹੋਵੇ। ਇੱਕ ਤਾਂ ਉਂਝ ਬਲ ਥੋੜਾ, ਦੂਜਾ ਜ਼ਬਾਨ ਵੀ ਥਥਲਾਉਣ ਲੱਗ ਪਈ, ਸਹੀ ਲਫ਼ਜ਼ ਵੀ ਬੋਲੇ ਨਹੀਂ ਜਾਂਦੇ। ਤੂੰ ਹੁਣ ਗੁਣ ਗਾਏਂਗਾ ਪ੍ਰਭੂ ਦੇ, ਤਬਰੇ ਧਰਮ ਕੀ ਆਸ ਕਰੇ। ਇਸ ਅਵਸਥਾ ਲਈ ਧਰਮ ਛੱਡ ਦਿੱਤਾ ਹੀ ਕਿ ਜਪ ਲਵਾਂਗੇ ਬੁਢਾਪੇ ਵਿੱਚ। ਉਸ ਵੇਲੇ ਦੀ ਹਾਲਤ ਕਦੀ ਸਮਝੀ ਹੈ? ਪੁੱਛ ਜਿਨ੍ਹਾਂ ਤੇ ਬੁਢਾਪੇ ਨੇ ਗਲਬਾ ਪਾ ਲਿਆ ਹੈ। ਜਿਹਵਾ ਬਚਨ ਸੁਧ ਨਹੀਂ ਨਿਕਸੈ, ਤਬਰੇ ਧਰਮ ਕੀ ਆਸ ਕਰੈ। ਹਰ ਜਿਉ ਕਿਰਪਾ ਕਰੈ ਲਿਵ ਲਾਵੈ, ਲਾਹਾ ਹਰਿ ਹਰਿ ਨਾਮ ਲਿਓ। ਗੁਰ ਪ੍ਰਸਾਦੀ ਹਰ ਧਨ ਪਾਇਓ, ਅੰਤੇ ਚਲਦਿਆਂ ਨਾਲ ਚੱਲਿਓ। ਗੁਰੂ ਕਿਰਪਾ ਨਾਲ ਜਿਨ੍ਹਾਂ ਇਹ ਸਰਮਾਇਆ ਇਕੱਠਾ ਕੀਤਾ, ਉਹਨਾਂ ਦੇ ਨਾਲ ਨਿਭ ਗਿਆ ਹੈ। ਕਹਿਤ ਕਬੀਰ ਸੁਨੋ ਰੇ ਸੰਤੋ। ਬਹੁਤ ਸਾਵਧਾਨ ਕਰ ਰਹੇ ਹਨ ਇਹਨਾਂ ਪੰਕਤੀਆਂ ਵਿੱਚ ਕਬੀਰ ਸਾਹਿਬ ਅਸਾਂ ਨੂੰ। ਕਹਿਤ ਕਬੀਰ ਸੁਨੋ ਰੇ ਸੰਤੋ, ਅਨ ਧਨ ਕਛੂਐ ਲੈ ਨ ਗਇਓ। ਆਈ ਤਲਬ ਗੋਪਾਲ ਰਾਏ ਕੀ, ਮਾਇਆ ਮੰਦਰ ਛੋੜ ਚੱਲਿਓ। ਮਾਲਕ ਦਾ ਹੁਕਮ ਆ ਗਿਆ, ਸੰਤ ਜਨੋ ਸੁਣੋ। ਕੋਈ ਅੰਨ ਧਨ ਨਾਲ ਲੈ ਕੇ ਨਹੀਂ ਗਿਆ, ਸਭ ਧਨ ਵੀ ਇੱਥੇ ਰਹਿ ਗਿਆ। ਅਨਾਜ ਦੇ ਭਰੇ ਹੋਏ ਗੋਦਾਮ ਵੀ ਇੱਥੇ ਰਹਿ ਗਏ ਨੇ।
ਆਦਮੀ ਖਾਲੀ ਹੀ ਗਿਆ ਹੈ। ਮਾਇਆ ਮੰਦਰ ਛੋੜ ਚੱਲਿਓ, ਹਰ ਇੱਕ ਨਾਲ ਇਹੀ ਕੁਝ ਵਰਤਿਆ ਹੈ। ਦੇਖ ਬੁਢਾਪਾ ਆ ਗਿਆ ਹੈ, ਜ਼ੋਰ ਪਾ ਗਿਆ ਹੈ, ਇਹ ਮੰਦਰ ਦੇ ਦੁਆਰ ਤੇ ਲੱਗੀ ਹੋਈ ਅੱਗ ਹੈ, ਕੀ ਕੱਢ ਸਕੇਗਾ। ਗਿਣਤੀ ਦੇ ਦਿਨ ਨੇ, ਸਾਵਧਾਨ ਹੋ। ਇਸ ਤੋਂ ਅਗਲੇ ਸ਼ਲੋਕ ਵਿੱਚ ਕਬੀਰ ਸਾਹਿਬ ਬਚਨ ਕਰਦੇ ਹਨ। ਕਬੀਰ ਕਾਰਨ ਸੋ ਭਇਓ, ਜੋ ਕੀਨੋ ਕਰਤਾਰ। ਤਿਸ ਬਿਨ ਦੂਸਰ ਕੋ ਨਹੀਂ, ਏਕ ਹੈ ਸਿਰਜਨਹਾਰ। ਇਹ ਮਹਾਂਪੁਰਸ਼ਾਂ ਦੀ, ਭਗਤ ਜਨਾਂ ਦੀ ਬੜੀ ਮਿਹਰਬਾਨੀ ਵਾਲੀ ਦ੍ਰਿਸ਼ਟੀ ਹੈ। ਜਦੋਂ ਸਾਵਧਾਨ ਕਰਦੇ ਨੇ, ਕਈ ਵਾਰੀ ਸਖਤ ਲਫ਼ਜ਼ ਵੀ ਇਸਤੇਮਾਲ ਕਰਦੇ ਨੇ। ਬਾਵਰਾ ਵੀ ਆਖਦੇ ਨੇ, ਪਾਗਲ ਵੀ ਆਖਦੇ ਨੇ, ਮੂੜ ਵੀ ਕਹਿੰਦੇ ਨੇ ਕਿ ਦੇਖ ਤੂੰ ਜਵਾਨੀ ਗਵਾ ਲਈ, ਬਚਪਨ ਗਿਆ, ਬੁਢਾਪੇ ਵਿੱਚ ਸਮਝ। ਪਰ ਬੁਢਾਪੇ ਵਿੱਚ ਗਏ ਬੰਦੇ ਨੂੰ ਵੀ ਨਿਰਾਸ਼ ਨਹੀਂ ਹੋਣ ਦਿੰਦੇ। ਮੰਨਿਆ ਤੂੰ ਉਪਦੇਸ਼ ਨਹੀਂ ਸੁਣਿਆ, ਤੈਨੂੰ ਕੁਝ ਪਤਾ ਨਹੀਂ ਸੀ, ਸਭ ਕੁਝ ਤੇਰੀ ਗੱਲ ਅਸੀਂ ਮੰਨ ਲਈਏ ਸੱਤ ਹੈ, ਕਿ ਤਾਂ ਭਟਕਿਆ ਰਹਿਓ, ਤੇਰੇ ਕੰਨੀ ਉਪਦੇਸ਼ ਨਹੀਂ ਪਿਆ, ਮੌਕਾ ਮੇਲ ਨਹੀਂ ਬਣਿਆ। ਪਰ ਹੁਣ ਤਾਂ ਆਵਾਜ਼ ਤੇਰੇ ਕੰਨੀ ਪੈ ਰਹੀ ਹੈ। ਅਜੇ ਵੀ ਜਿਹੜੇ 4 ਦਿਨ ਪਾਸ ਨੇ, ਇਹ ਸਫਲ ਬਣਾਏ ਜਾ ਸਕਦੇ ਨੇ। ਜੇ ਸਿਮਰਨ ਤੋਂ ਬਗੈਰ ਹੀ ਜਵਾਨੀ ਲੰਘ ਗਈ ਹੈ, ਬੁੱਢੇ ਹੋਣ ਤੇ ਹੀ ਸਹੀ, ਜੇ ਸਮਝ ਆ ਗਈ ਹੈ ਤਾਂ ਹੁਣ ਵੀ ਨਿਰਾਸ਼ ਨਾ ਹੋ। ਨਿਰਾਸ਼ ਹੋਣ ਦਾ ਕੋਈ ਲਾਭ ਕਦੀ ਨਹੀਂ ਹੋਇਆ ਕਰਦਾ, ਕਿਉਂਕਿ ਬੀਤੇ ਹੋਏ ਸਮੇਂ ਨੂੰ ਅਸੀਂ ਕਿਸੇ ਵੀ ਢੰਗ ਨਾਲ ਵਾਪਸ ਨਹੀਂ ਲਿਆ ਸਕਦੇ, ਤੇ ਜੋ ਅਸੀਂ ਕਰ ਨਹੀਂ ਸਕਦੇ ਉਸ ਲਈ ਨਿਰਾਸ਼ ਹੋਣਾ ਵੀ ਕੋਈ ਅਕਲਮੰਦੀ ਨਹੀਂ। ਅਸੀਂ ਕਰ ਸਕਦੇ ਹਾਂ ਉਸ ਨਾਲ ਕੁਝ ਜੋ ਪਾਸ ਹੈ। ਬੀਤੇ ਨੂੰ ਛੱਡ ਦੇ। ਬੁਢਾਪੇ ਵਿੱਚ ਹੀ ਸਹੀ ਪਹੁੰਚ ਗਿਆ, ਪਰ ਅਜੇ ਮਾਲਕ ਦੀ ਕਿੰਨੀ ਕਿਰਪਾ ਹੈ, ਤੈਨੂੰ ਜ਼ਿੰਦਗੀ ਤਾਂ ਦੇ ਰੱਖੀ ਹੈ। ਜੇ ਪਹਿਲੇ ਬੁਲਾ ਲੈਂਦਾ ਫਿਰ ਕੀ ਕਰ ਦੋ। ਬੁਢਾਪੇ ਤੱਕ ਜੀਵਨ ਤੈਨੂੰ ਮਿਲਿਆ ਹੋਇਆ ਹੈ, ਔਰ ਉਪਦੇਸ਼ ਵੀ ਹੁਣ ਤੇਰੇ ਕੰਨੀ ਪੈ ਗਿਆ ਹੈ। ਹੁਣ ਸਮਝ ਜਾ। ਸਿਮਰਨ ਉਸ ਦੀ ਕਿਰਪਾ ਬਿਨ ਨਹੀਂ ਹੁੰਦਾ। ਨਿਰਾਸ਼ ਨਾ ਹੋ। ਜਵਾਨੀ ਲੰਘ ਗਈ ਹੈ, ਕੋਈ ਗੱਲ ਨਹੀਂ, ਜੋ ਲੰਘ ਹੀ ਗਈ ਉਸ ਦੀ ਚਿੰਤਾ ਕੀ ਕਰਨੀ। ਸਬੱਬ ਉਹੀ ਬਣਦਾ ਹੈ ਜੋ ਪਰਮਾਤਮਾ ਬਣਾਏ। ਕਬੀਰ ਕਾਰਨ ਸੋ ਭਇਓ, ਜੋ ਕੀਨੋ ਕਰਤਾਰ। ਨਿਰਾਸ਼ ਨਾ ਹੋ। ਤਿਸ ਬਿਨ ਦੂਸਰ ਕੋ ਨਹੀਂ, ਏਕ ਹੈ ਸਿਰਜਨਹਾਰ। ਉਸ ਤੋਂ ਬਗੈਰ ਇਹ ਬੰਦਗੀ ਦੀ ਦਾਤ ਵੀ ਕਿਸੇ ਦੇ ਹੱਥ ਨਹੀਂ। ਸਬੱਬ ਬਣਾਉਣ ਵਾਲਾ ਉਹ ਹੈ, ਰਚਣ ਵਾਲਾ ਉਹ ਹੈ। ਦੇਖ ਹੁਣ ਇਹ ਸਬੱਬ ਤਾਂ ਬਣ ਗਿਆ, ਤੂੰ ਹੁਣ ਉਲਾਂਭਾ ਨਹੀਂ ਦੇ ਸਕਦਾ ਕਿ ਮੇਰੇ ਕੰਨੀ ਉਪਦੇਸ਼ ਦੀ ਗੱਲ ਨਹੀਂ ਸੀ ਪਈ, ਹੁਣ ਸੁਣ ਰਿਹਾ, ਹੁਣ ਬਦਲ ਜਾ, ਹੁਣ ਸਵਾਰ ਲੈ ਸਮਾਂ, ਤਾਂ ਵੀ ਤੇਰੀ ਜ਼ਿੰਦਗੀ ਸਫਲ ਹੋ ਸਕਦੀ ਹੈ। ਮਾਲਕ ਦਾ ਖੇਲ ਜਾਣ ਇਸ ਨੂੰ। ਉਸ ਨੇ ਹੀ ਸਬੱਬ ਬਣਾਉਣਾ ਹੁੰਦਾ। ਹੁਣ ਤੇ ਬਣ ਗਿਆ। ਕਬੀਰ ਜੀ ਕਹਿੰਦੇ ਨੇ, ਜੇ ਹੁਣ ਤੇਰੇ ਕੰਨੀ ਬਚਨ ਪੈ ਗਏ ਤੇ ਹੁਣ ਕਮਾਉਣੇ ਸ਼ੁਰੂ ਕਰ ਦੇ, ਗੱਲ ਬਣ ਜਾਏਗੀ। ਮਾਲਕ ਦੀ ਕਿਰਪਾ ਬਿਨ ਕੁਝ ਹੁੰਦਾ ਨਹੀਂ। ਤੂੰ ਇੰਜ ਸਮਝ ਹੁਣ ਉਸਨੇ ਕਿਰਪਾ ਕਰ ਦਿੱਤੀ ਹੈ। ਤਿਸ ਬਿਨ ਦੂਸਰ ਕੋ ਨਹੀਂ, ਏਕ ਹੈ ਸਿਰਜਨਹਾਰ। ਉਸ ਪਰਮਾਤਮਾ ਤੋਂ ਬਿਨਾਂ ਹੋਰ ਕੋਈ ਨਹੀਂ। ਉਹ ਆਪ ਹੀ ਸ੍ਰਿਸ਼ਟੀ ਦਾ ਰਚਣ ਵਾਲਾ ਹੈ, ਆਪ ਹੀ ਸਾਰੇ ਬਹਾਨੇ ਸਬੱਬ ਬਣਾਉਣ ਵਾਲਾ ਹੈ। ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ। ਜਾਏ ਪਹੁੰਚੈ ਖਸਮ ਕੋ, ਜੋ ਬੀਚ ਨ ਖਾਹੀ ਕਾਂਬ। ਮੰਜ਼ਿਲ ਤੇ ਪਹੁੰਚਣਾ ਇੰਨਾ ਆਸਾਨ ਨਹੀਂ ਹੋਇਆ ਕਰਦਾ।
ਬੜੀ ਘਾਲਣਾ ਤੋਂ ਬਾਅਦ ਬੜੇ ਖਤਰਿਆਂ ਵਿੱਚੋਂ ਲੰਘ ਕੇ ਜਿੰਨੀ ਬੁਲੰਦਗੀ 'ਤੇ ਜਾਣਾ ਹੈ, ਉਚਾਈ 'ਤੇ ਜਾਣਾ ਹੈ, ਉਨੀ ਸਾਵਧਾਨੀ ਨਾਲ ਚੱਲਣਾ ਪਵੇਗਾ। ਉਨੇ ਖਤਰੇ ਵੀ ਪਾਸ ਨੇ। ਪਹਾੜਾਂ ਤੇ ਖੱਡਾਂ ਦਾ ਬੜਾ ਡੂੰਘਾ ਰਿਸ਼ਤਾ ਹੈ। ਖੱਡਾਂ ਪਹਾੜਾਂ ਦੇ ਪਾਸ ਹੀ ਹੁੰਦੀਆਂ ਨੇ, ਮੈਦਾਨੀ ਇਲਾਕੇ ਵਿੱਚ ਨਹੀਂ। ਕਬੀਰ ਸਾਹਿਬ ਮਿਸਾਲ ਦੇ ਕੇ ਸਮਝਾਉਂਦੇ ਨੇ ਕਿ ਬਸੰਤ ਦੀ ਰੁੱਤ ਆਈ, ਅੰਬਾਂ ਦੇ ਦਰਖਤਾਂ ਨੂੰ ਬੂਰ ਪਿਆ, ਫਿਰ ਅੰਬੀਆਂ ਬਣੀਆਂ, ਫਿਰ ਅੰਬ ਪੱਕੇ। ਇਸ ਨੂੰ ਅਸੀਂ ਸਾਰੇ ਜਾਣਦੇ ਹਾਂ। ਅੰਬ ਦਾ ਬੂਟਾ ਤਕਰੀਬਨ ਸਭ ਨੇ ਡਿੱਠਾ ਹੋਵੇਗਾ। ਪਰ ਜਦ ਤੋਂ ਬੂਰ ਪੈਂਦਾ ਹੈ, ਤਦੋਂ ਤੋਂ ਹੀ ਖਤਰੇ ਵੀ ਨਾਲ ਖੜੇ ਨੇ, ਜਿਨ੍ਹਾਂ ਤੋਂ ਸਾਵਧਾਨੀ ਦੀ ਲੋੜ ਹੈ। ਅੰਬ ਦੇ ਬਿਰਛ ਦੇ ਤਾਂ ਵਿਚਾਰੇ ਦੇ ਹੱਥ ਕੁਝ ਨਹੀਂ, ਪਰ ਅਸੀਂ ਇਨਸਾਨ ਹਾਂ। ਰੱਬ ਨੇ ਸਾਨੂੰ ਸਮਰੱਥਾ ਵੀ ਕੁਝ ਦਿੱਤੀ ਹੋਈ ਹੈ ਕਿ ਅਸੀਂ ਸਾਵਧਾਨ ਹੋ ਸਕੀਏ। ਬੂਰ ਪਿਆ, ਪਰ ਗਰਮੀ ਦੀ ਰੁੱਤ ਆਈ, ਹਨੇਰੀਆਂ ਵੀ ਚੱਲੀਆਂ। ਉਹਨਾਂ ਹਨੇਰੀਆਂ ਦੇ ਕਾਰਨ ਕਈ ਵਾਰੀ ਕਿੰਨਾ ਕਿੰਨਾ ਬੂਰ ਬਿਰਛਾਂ ਤੋਂ ਝੜ ਜਾਂਦਾ ਹੈ। ਅੰਬ ਨਹੀਂ ਬਣੇ, ਪਹਿਲੇ ਡਿੱਗ ਪਿਆ। ਫਿਰ ਜੋ ਬਚਿਆ ਉਸ ਤੋਂ ਬੜੀਆਂ ਅੰਬੀਆਂ। ਇਹਨਾਂ ਲੱਗੀਆਂ ਹੋਈਆਂ ਅੰਬੀਆਂ ਨੂੰ ਵੀ 50 ਖਤਰੇ ਨੇ। ਕੋਈ ਪੰਛੀ ਟੁੱਕ ਜਾਂਦੇ ਨੇ, ਕੋਈ ਗਾਲੜਾਂ ਖਾ ਜਾਂਦੀਆਂ ਨੇ, ਕੋਈ ਤੋਤੇ ਟੁੱਕ ਜਾਂਦੇ ਨੇ। ਹਨੇਰੀਆਂ ਵਿੱਚ ਵੀ ਅੰਬੀਆਂ ਡਿੱਗ ਪੈਂਦੀਆਂ ਨੇ। ਅਜੇ ਪੱਕੀਆਂ ਨਹੀਂ, ਅੰਬ ਬਣੇ ਨਹੀਂ, ਕੱਚੀਆਂ ਝੜ ਗਈਆਂ। ਟਹਿਣੀਆਂ ਨਾਲ ਲੱਗੇ ਹੋਏ ਵੀ ਕਈ ਫਲ ਹਨੇਰੀ ਕਾਰਨ, ਕਿਉਂਕਿ ਡੰਡੀ ਜਿਹੜੀ ਹੈ ਫਲ ਦੀ ਤੇ ਟਾਹਣੀ ਨੂੰ ਜੋੜਨ ਵਾਲੀ, ਉਹ ਹਿੱਲ ਗਈ ਹੈ। ਉਹ ਲੱਗੇ ਹੋਏ ਵੀ ਸੁੱਕ ਜਾਂਦੇ ਨੇ। ਉਹ ਡੰਡੀ ਦੀ ਅੰਦਰੂਨੀ ਸਾਂਝ ਟੁੱਟ ਜਾਣ ਕਾਰਨ। ਮਾਲਕ ਤੱਕ ਪ੍ਰਵਾਨ ਉਹ ਅੰਬ ਚੜ੍ਹਿਆ ਜਿਹਨੂੰ ਵਿੱਚੋਂ ਕੋਈ ਖਤਰਾ ਤੋੜ ਨਾ ਸਕਿਆ, ਜਿਸ ਦਾ ਸੰਬੰਧ ਬਿਰਛ ਨਾਲੋਂ ਅਲੱਗ ਨਾ ਕੀਤਾ ਜਾ ਸਕਿਆ। ਹਨੇਰੀ ਆਦਿਕ ਦੇ ਕਾਰਨ ਉਹ ਟਹਿਣੀ ਤੋਂ ਟੁੱਟਾ ਨਹੀਂ। ਕਬੀਰ ਸਾਹਿਬ ਕਹਿੰਦੇ ਨੇ, ਕਬੀਰ ਫਲ ਲਾਗੇ ਫਲਨ, ਪਾਕਨ ਲਾਗੇ ਆਂਬ, ਜਾਏ ਪਹੁੰਚੈ ਖਸਮ ਕੋ, ਜੋ ਬੀਚ ਨਾ ਖਾਹੀ ਕਾਂਬ। ਅੰਬਾਂ ਦੇ ਬੂਟਿਆਂ ਨੂੰ ਪਹਿਲਾਂ ਫਲ ਲੱਗੇ, ਬੂਰ ਪਿਆ, ਫਲ ਲੱਗੇ, ਫਿਰ ਹੌਲੀ ਹੌਲੀ ਪੱਕਣੇ ਸ਼ੁਰੂ ਹੋਏ। ਤੇ ਪੱਕਣ ਤੋਂ ਪਹਿਲਾਂ ਹੀ ਜੇ ਹਨੇਰੀ ਨਾਲ ਇਹ ਟਹਿਣੀ ਨਾਲੋਂ ਝੜ ਗਏ ਤਾਂ ਮਾਲਕ ਤੱਕ ਕਿਵੇਂ ਉਪੜਨਗੇ? ਜੇ ਟਿਕੇ ਰਹੇ ਤਾਂ ਇਹਨਾਂ ਦੀ ਮਾਲਕ ਤੱਕ ਅਪਰੋਚ ਬਣ ਜਾਂਦੀ ਹੈ, ਇਹ ਪ੍ਰਵਾਨ ਚੜ੍ਹ ਜਾਂਦੇ ਨੇ। ਇਉਂ ਹੀ ਭਗਤੀ ਦੇ ਰਾਹ 'ਤੇ ਚੱਲਦਿਆਂ ਹਰ ਹਨੇਰੀ ਝੱਖੜ ਵਿਕਾਰਾਂ ਤੋਂ ਬਚਣਾ ਹੈ। ਟੁੱਟ ਨਾ ਜਾਈਏ, ਕੋਈ ਵੀ ਬਹਾਨਾ ਐਸਾ ਨਾ ਬਣ ਜਾਏ ਜਿਹੜਾ ਸਾਨੂੰ ਮਾਲਕ ਨਾਲੋਂ ਤੋੜ ਦੇਵੇ। ਉਸ ਨਾਲ ਜੁੜੇ ਰਹਿਣਾ ਹੈ। 135ਵੇਂ ਸ਼ਲੋਕ ਅੰਦਰ ਕਬੀਰ ਜੀ ਫਰਮਾਨ ਕਰਦੇ ਨੇ, ਕਬੀਰ ਠਾਕੁਰ ਪੂਜਹਿ ਮੋਲ ਲੇ, ਮਨ ਹਠ ਤੀਰਥ ਜਾਹੇ, ਦੇਖਾ ਦੇਖੀ ਸਵਾਂਗ ਧਰ ਭੂਲੇ ਭਟਕਾ ਖਾਹੇ। ਪਰਮਾਤਮਾ ਦੀ ਪੂਜਾ ਦੇ ਨਾਮ 'ਤੇ ਵੀ ਮਨੁੱਖ ਭੁਲੇਖਿਆਂ ਵਿੱਚ, ਭਰਮਾਂ ਵਿੱਚ ਪਿਆ ਹੋਇਆ ਦਿਖਾਈ ਦਿੰਦਾ ਹੈ। ਉਹ ਮਾਲਕ ਜਿਸ ਦਾ ਕੋਈ ਰੰਗ ਰੂਪ ਚੱਕਰ ਚਿਹਨ ਨਹੀਂ, ਇੱਕ ਜੋਤ ਹੈ, ਸਭ ਵਿੱਚ ਵਿਆਪਕ ਤੇ ਸਭ ਤੋਂ ਨਿਆਰੀ। ਰੂਪ ਨਾ ਰੇਖ ਨਾ ਰੰਗ ਕਿਛ, ਤ੍ਰਿਹ ਗੁਣ ਤੇ ਪ੍ਰਭ ਭਿੰਨ। ਉਸ ਮਾਲਕ ਦੀਆਂ ਅਸੀਂ ਮੂਰਤੀਆਂ ਬਣਾ ਲਈਆਂ। ਰੱਬ ਦੀ ਮੂਰਤੀ ਸੁਭਾਵਕ ਸੀ, ਮਨੁੱਖ ਉਸੇ ਆਸ਼ੇ ਦੇ ਮੁਤਾਬਕ ਬਣਾਉਂਦਾ ਜਿਹੋ ਜਿਹੀ ਉਸ ਦੀ ਸੋਚ ਸੀ,
ਜੈਸੀ ਉਸ ਦੀ ਦੁਨੀਆ ਸੀ। ਆਪਣੇ ਹੱਥੀਂ ਉਹ ਤਸਵੀਰ ਜਾਂ ਮੂਰਤੀ ਬਣਾ ਕੇ ਉਸ ਦੀ ਪੂਜਾ ਕਰਨ ਲੱਗ ਪਿਆ। ਆਪੇ ਘੜੀ ਆਪੇ ਉਸ ਅੱਗੇ ਨੱਕ ਰਗੜੇ। ਦਸਮ ਪਾਤਸ਼ਾਹ ਕਹਿੰਦੇ ਹਨ, ਤਾਹੇ ਪਛਾਨਤ ਹੈ ਨਾ ਮਹਾਪਸ, ਜਾ ਕੋ ਪ੍ਰਤਾਪ ਤਿਹੂ ਪੁਰ ਮਾਹੀ। ਜਿਸ ਦੀ ਸ਼ਕਤੀ ਤਿੰਨਾਂ ਲੋਕਾਂ ਵਿੱਚ ਵਰਤ ਰਹੀ ਹੈ, ਇਹ ਪਸ਼ੂ ਨੇ ਉਸ ਨੂੰ ਜਾਣਿਆ ਹੀ ਨਾ। ਪਸ਼ੂ ਵੀ ਨਹੀਂ, ਬਲਕਿ ਦਸਮ ਪਾਤਸ਼ਾਹ ਨੇ ਮਹਾਪਸ ਆਖਿਆ। ਤਾਹੇ ਪਛਾਨਤ ਹੈ ਨਾ ਮਹਾਪਸ, ਜਾ ਕੋ ਪ੍ਰਤਾਪ ਤਿਹੂ ਪੁਰ ਮਾਹੀ। ਪੂਜਤ ਹੈ ਪਰਮੇਸ਼ਰ ਕੈ, ਜਿਹ ਕੇ ਪਰਸੇ ਪਰਲੋਕ ਪਰਾਹੀ। ਪਰਲੋਕ ਗੁਆਚਦਾ, ਜਿਹਦੀ ਪੂਜਾ ਕਰਦੇ ਹਾਂ ਉਸ ਨੂੰ ਪਰਮੇਸ਼ਰ ਮੰਨ ਬੈਠਾ ਹੈ। ਪਾਪ ਕਰੋ ਪਰਮਾਰਥ ਕੈ, ਜਿਹ ਪਾਪਨ ਤੇ ਅਤ ਪਾਪ ਲਜਾਹੀ। ਨਾ ਧਰਮ ਦਾ ਦੇ ਕੇ ਕਿ ਪੁੰਨ ਕਰਮ ਕਰ ਰਿਹਾ ਹੈ, ਕਰੀ ਪਾਪ ਜਾਂਦਾ ਹੈ। ਜਿਨ੍ਹਾਂ ਨੂੰ ਤੱਕ ਕੇ ਪਾਪ ਵੀ ਸੰਗ ਜਾਵਣ, ਉਹ ਗੁਨਾਹ ਤੂੰ ਕਰਨਾ ਹੈ ਰੱਬ ਦੇ ਨਾਂ ਤੇ। ਮੰਤਰਾਂ ਦਾ ਵਿਸ਼ੇਸ਼ ਜਾਪ ਕਰਕੇ ਬੱਕਰੇ ਦੀ ਬਲੀ ਦੇ ਰਿਹਾ, ਫਿਰ ਉਹ ਕਿਸੇ ਮਜ਼ਹਬ ਦੇ ਮੰਤਰ ਕਿਉਂ ਨਾ ਹੋਣ, ਚਾਹੇ ਕੋਈ ਸਿੱਖੀ ਦੇ ਪਰਦੇ ਵਿੱਚ ਹੋਵੇ, ਚਾਹੇ ਇਸਲਾਮ ਦੇ ਪਰਦੇ ਵਿੱਚ, ਤੇ ਚਾਹੇ ਦੇਵੀ ਦੇਵਤਿਆਂ ਦਾ ਪੁਜਾਰੀ ਹੋਵੇ, ਬੱਕਰੇ ਹੀ ਕਤਲ ਕਰੀ ਜਾਂਦਾ ਹੈ। ਇਹ ਮੈਂ ਬਲੀ ਚੜਾ ਦਿੱਤੀ ਹੈ, ਕੁਰਬਾਨੀ ਦੇ ਰਿਹਾ। ਸਵਾਦ ਆਪ ਲੈਣਾ ਹੈ, ਨਾ ਕਿਸੇ ਦੇਵੀ ਦੇਵ ਨੇ ਖਾਣਾ ਹੈ, ਨਾ ਪ੍ਰਮਾਤਮਾ ਨੇ ਕਿਸੇ ਵਿਸ਼ੇਸ਼ ਰੂਪ ਵਿੱਚ ਆ ਕੇ ਖਾਣਾ ਹੈ। ਨਾਮ ਰੱਬ ਦਾ, ਸਵਾਦ ਆਪਣਾ, ਜਾਨ ਕਿਸੇ ਦੀ ਲੈ ਰਿਹਾ ਹੈ, ਛੁਰੀ ਚਲਾ ਰਿਹਾ ਹੈ। ਪਾਪ ਕਰੋ ਪਰਮਾਰਥ ਕੈ, ਜਿਹ ਪਾਪਨ ਤੇ ਅਤ ਪਾਪ ਲਜਾਹੀ। ਪਾਏ ਪਰੋ ਪਰਮੇਸ਼ਰ ਕੇ, ਜੜ ਪਾਹਨ ਮੈਂ ਪਰਮੇਸ਼ਰ ਨਾਹੀ। ਸਭ ਤੋਂ ਜੜ ਹੈ ਪੱਥਰ, ਇਸ ਦੀ ਪੂਜਾ ਕਰੀ ਜਾਣਾ। ਸਾਵਧਾਨ ਹੋ, ਪਰਮ ਈਸ਼ਵਰ ਪਰਮਾਤਮਾ ਦੀ ਸ਼ਰਨ ਪਾਓ। ਸਤਿਗੁਰੂ ਜੀ ਨੇ ਫਰਮਾਇਆ ਹੈ, ਸਤਿਗੁਰ ਮਿਲੈ ਤਾਂ ਸਹਸਾ ਜਾਈ। ਕਿਸ ਹੋਂ ਪੂਜੋਂ ਦੂਜਾ ਨਦਰ ਨਾ ਆਈ। ਏਕੈ ਪਾਥਰ ਕੀਜੈ ਭਾਓ, ਇੱਕ ਪੱਥਰ ਅੱਗੇ ਨੱਕ ਰਗੜਦਾ, ਦੂਜੇ ਪਾਥਰ ਧਰੀਏ ਪਾਉ। ਦੂਜੇ ਪੱਥਰ ਤੇ ਪੈਰ ਧਰ ਕੇ ਲੰਘ ਰਿਹਾ। ਜੇ ਉਹ ਦਿਓ ਤਾਂ ਉਹ ਵੀ ਦੇਵਾ। ਜੇ ਇਹ ਪੱਥਰ ਭਗਵਾਨ ਹੈ ਤੇ ਦੂਜਾ ਕਿਉਂ ਨਹੀਂ। ਕਹਿ ਨਾਮ ਦਿਓ ਹਮ ਹਰ ਕੀ ਸੇਵਾ। ਭਗਤ ਨਾਮਦੇਵ ਜੀ ਆਖਦੇ ਹਨ, ਮੈਂ ਤਾਂ ਉਸ ਨਿਰਾਕਾਰ ਦਾ ਪੁਜਾਰੀ ਬਣ ਗਿਆ। ਪੰਚਮ ਪਾਤਸ਼ਾਹ ਜੀ ਨੇ ਵੀ ਆਖਿਆ, ਜੋ ਪਾਥਰ ਕੋ ਕਹਤੇ ਦੇਵ, ਤਾਕੀ ਬਿਰਥਾ ਹੋਵੈ ਸੇਵ। ਜੋ ਪਾਥਰ ਕੀ ਪਾਈ ਪਾਏ, ਤਿਸ ਕੀ ਕਾਲ ਅਜਾਈ ਜਾਏ। ਠਾकुर हमरा सद बोलंता, ਸਰਬ ਜੀਆਂ ਕੋ ਪ੍ਰਭ ਦਾਨ ਦੇਤਾ। ਮੇਰਾ ਠਾਕੁਰ ਸਦਾ ਬੋਲਦਾ ਹੈ। ਆਪਾਂ ਪਹਿਲੇ ਸ਼ਲੋਕਾਂ ਵਿੱਚ ਵੀ ਵਿਚਾਰ ਕਰ ਚੁੱਕੇ ਹਾਂ ਕਿ ਸੁਰਤ ਟਿਕਾਉਣ ਦੀ ਜ਼ਰੂਰਤ ਹੈ। ਰੱਬ ਦੀ ਆਵਾਜ਼ ਸੁਣਾਈ ਦੇਵੇਗੀ। ਬਹੁਤ ਕੁਝ ਹੈ ਜੋ ਅਸੀਂ ਸੁਣਦੇ ਨਹੀਂ। ਬਾਹਰ ਦੇ ਕੰਨਾਂ ਦੀ ਹੀ ਗੱਲ ਨਹੀਂ, ਅੰਦਰੂਨੀ ਕੰਨਾਂ ਰਾਹੀਂ ਪ੍ਰਭੂ ਦੀ ਆਵਾਜ਼ ਭਗਤ ਸੁਣਦਾ ਹੈ। ਠਾਕੁਰ ਸਦਾ ਬੋਲਦਾ ਹੈ, ਸਾਰੇ ਜੀਵਾਂ ਨੂੰ ਦਾਨ ਦਿੰਦਾ ਹੈ, ਪਰ ਸਾਡੀ ਹਾਲਤ ਅਸੀਂ ਸੁਣਦੇ ਕਿਉਂ ਨਹੀਂ। ਅੰਤਰ ਦਿਓ ਨਾ ਜਾਣੈ ਅੰਧ, ਭ੍ਰਮ ਕਾ ਮੋਹਿਆ ਪਾਵੈ ਫੰਦ। ਤੇ ਜਿਸ ਦੀ ਪੂਜਾ ਕਰਨੇ ਆ, ਨਾ ਪਾਥਰ ਬੋਲੇ ਨਾ ਕਿਛ ਦੇ, ਫੋਕਟ ਕਰਮ ਨੇਫਲ ਹੈ ਸੇਵ। ਕਬੀਰ ਜੀ ਕਹਿੰਦੇ ਨੇ, ਕਬੀਰ ਠਾਕੁਰ ਪੂਜਹਿ ਮੋਲ ਲੇ, ਮਨ ਹਠ ਤੀਰਥ ਜਾਹੇ। ਪੱਥਰ ਘੜ ਮੂਰਤੀ ਬਣਾਈ, ਮੁੱਲ ਖਰੀਦ ਲਈ, ਜਾਂ ਮਨ ਦੇ ਹੱਠ ਕਰਕੇ ਤੀਰਥਾਂ ਨੂੰ ਤੁਰ ਪਿਆ ਕਿ ਤਨ ਧੋਤਿਆਂ ਮਨ ਪਵਿੱਤਰ ਹੋ ਜਾਏਗਾ। ਮਨ ਹੱਠ ਤੀਰਥ ਜਾਹੇ, ਦੇਖਾ ਦੇਖੀ ਦੇ ਪਿੱਛੇ ਲੱਗ, ਦੇਖਾ ਦੇਖੀ ਸਵਾਂਗ ਧਰ।
ਭੂਲੇ ਭਟਕਾ ਖਾਹੇ। ਦੇਖਾ ਦੇਖੀ ਇੱਕ ਦੂਜੇ ਨੂੰ ਤੱਕ ਕੇ ਸਵਾਂਗ ਬਣਾਈ ਜਾਂਦੇ ਹਨ। ਅਸਲੀਅਤ ਵਿੱਚ ਕੋਈ ਵੀ ਨਹੀਂ। ਚੰਗਾ ਅਖਵਾਉਣ ਲਈ ਕਿ ਬਾਕੀ ਸਮਾਜ ਇਸ ਨੂੰ ਮਾਨਤਾ ਦਿੰਦਾ ਹੈ, ਜੇ ਮੈਂ ਤੀਰਥਾਂ ਦੀ ਯਾਤਰਾ ਕਰ ਆਇਆ ਮੇਰਾ ਵੀ ਮਾਣ ਹੋਵੇਗਾ। ਅੰਦਰ ਪ੍ਰਭੂ ਦੇ ਪਿਆਰ ਦੀ ਕੋਈ ਮਸਤੀ ਹੀ ਨਹੀਂ, ਕੋਈ ਰਸ ਨਹੀਂ, ਕੋਈ ਆਨੰਦ ਨਹੀਂ। ਸਹੀ ਰਸਤੇ ਤੋਂ ਕਬੀਰ ਸਾਹਿਬ ਕਹਿੰਦੇ ਨੇ ਇਹ ਲੋਕ ਭੁੱਲੇ ਹੋਏ ਹਨ। ਕਬੀਰ ਪਾਹਨ ਪਰਮੇਸ਼ਰ ਕੀਆ, ਪੂਜੈ ਸਭ ਸੰਸਾਰ। ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ। ਪੱਥਰ ਨੂੰ ਪਰਮਾਤਮਾ ਮੰਨ ਕੇ ਜੋ ਇਸ ਯਕੀਨ ਵਿੱਚ ਪੈ ਗਏ ਉਹ ਡੂੰਘੇ ਪਾਣੀ ਵਿੱਚ ਡੁੱਬ ਗਏ। ਜਿਵੇਂ ਜਿਵੇਂ ਪਾਣੀ ਡੂੰਘਾ ਹੁੰਦਾ ਹੈ ਰੰਗ ਕਾਲਾ ਹੋਈ ਜਾਂਦਾ ਹੈ। ਕਾਲੇ ਪਾਣੀ ਵਿੱਚ ਡੁੱਬ ਗਏ ਬੰਦੇ ਨੂੰ ਤਾਂ ਕੋਈ ਦੂਰੋਂ ਪਕੜਨ ਲਈ ਵੀ ਪਹਿਚਾਣ ਨਾ ਸਕੇ। ਇਸ ਪ੍ਰਵਾਸੇ ਜੋ ਰਹੇ ਬੂਢੇ ਕਾਲੀ ਧਾਰ, ਡੂੰਘੇ ਪਾਣੀਆਂ ਵਿੱਚ ਡੁੱਬ ਗਏ। ਪੱਥਰ ਦੀ ਮੂਰਤੀ ਨੂੰ ਪਰਮੇਸ਼ਰ ਮੰਨ ਕੇ ਪੂਜਾ ਕਰ ਰਿਹਾ ਹੈ, ਜਿਨ੍ਹਾਂ ਦਾ ਐਸਾ ਖਿਆਲ ਹੈ ਕਿ ਉਹ ਇਸ ਨੂੰ ਪ੍ਰਭੂ ਭਗਤੀ ਸਮਝ ਰਹੇ ਨੇ। ਕਬੀਰ ਜੀ ਦਾ ਫੈਸਲਾ ਇਹ ਹੈ ਕਿ ਡੂੰਘੇ ਪਾਣੀਆਂ ਵਿੱਚ ਡੁੱਬ ਗਏ, ਜਿੱਥੋਂ ਕੋਈ ਉਹਨਾਂ ਦੀ ਖਬਰ ਵੀ ਨਾ ਮਿਲ ਸਕੇਗੀ। ਕਬੀਰ ਕਾਗਦ ਕੀ ਓਬਰੀ, ਮਾਸੁਕੇ ਕਰਮ ਕਪਾਟ। ਪਾਹਨ ਬੋਰੀ ਪ੍ਰਿਥਵੀ, ਪੰਡਿਤ ਪਾੜੀ ਬਾਟ। ਅੱਜ ਦਾ ਆਖਰੀ ਸ਼ਲੋਕ 137 ਨੰਬਰ ਸ਼ਲੋਕ। ਓਬਰੀ ਦਾ ਮਤਲਬ ਹੁੰਦਾ ਹੈ ਕੈਦ ਖਾਨੇ ਦੀ ਕੋਠੜੀ। ਕਾਗਦ ਧਰਮ ਸ਼ਾਸਤਰ, ਜਿਨ੍ਹਾਂ ਵਿੱਚ ਬਹਿਸ ਮੁਬਾਹਸਿਆਂ ਵਾਸਤੇ ਬੜੀਆਂ ਦਲੀਲਾਂ ਤੇ ਕਰਮ ਕਾਂਡ ਦਰਸਾਇਆ ਗਿਆ ਹੋਵੇ। ਮਸ ਆਖਦੇ ਨੇ ਸਿਆਹੀ ਨੂੰ। ਸਿਆਹੀ ਨਾਲ ਲਿਖੇ ਹੋਏ ਕਰਮਕਾਂਡ ਦੀ ਮਰਿਆਦਾ, ਤੇ ਕਪਾਟ ਕਵਾੜ ਪੱਕੇ ਦਰਵਾਜ਼ੇ। ਕਬੀਰ ਸਾਹਿਬ ਕਹਿੰਦੇ ਨੇ ਇਹ ਜੋ ਕਰਮ ਕਾਂਡਾਂ ਦੇ ਗ੍ਰੰਥ ਹਨ, ਇਹ ਕਾਗਜ਼ ਵੀ ਇੱਕ ਕੈਦ ਬਣ ਗਏ, ਕੈਦਖਾਨਾ ਹੋ ਗਏ। ਸਿਆਹੀ ਨਾਲ ਲਿਖੀ ਹੋਈ ਕਰਮਕਾਂਡ ਦੀ ਮਰਿਆਦਾ ਇਉਂ ਹੈ ਜਿਵੇਂ ਕੈਦਖਾਨੇ ਦੇ ਬੰਦ ਦਰਵਾਜ਼ੇ ਹੋਣ, ਜਿੱਥੋਂ ਕੋਈ ਨਿਕਲ ਨਾ ਸਕੇ। ਤੇ ਇਸ ਵਿੱਚ ਰੱਖੀਆਂ ਪੱਥਰ ਦੀਆਂ ਮੂਰਤੀਆਂ ਤਿਨਾਂ ਨੇ ਧਰਤੀ ਦੇ ਇਸ ਬੰਦਿਆਂ ਨੂੰ ਸੰਸਾਰ ਸਮੁੰਦਰ ਵਿੱਚ ਡੋਬ ਦਿੱਤਾ ਹੈ। ਪਾਹਨ ਬੋਰੀ ਪ੍ਰਿਥਵੀ, ਪੰਡਿਤ ਪਾੜੀ ਬਾਟ। ਤੇ ਪੰਡਿਤ ਲੋਕ ਬਾਟ ਪਾਰ ਨੇ। ਪੁਜਾਰੀ ਸ਼੍ਰੇਣੀ ਬਟਵਾਰਿਆਂ ਦੀ ਸ਼੍ਰੇਣੀ ਬਣ ਗਈ ਹੈ, ਜਿਹੜੀ ਰਾਹ ਵਿੱਚ ਲੁੱਟ ਰਹੀ ਹੈ। ਕਰਮ ਕਾਂਡ ਵਿੱਚ ਪਾ ਕੇ ਇਹ ਇੱਕ ਧਰਮ ਦੀ ਗੱਲ ਨਹੀਂ। ਹਰ ਧਰਮ ਵਿੱਚ ਝੂਠੇ ਪੁਜਾਰੀ ਕਰਮ ਕਾਂਡ ਵਧੇਰੇ ਫੈਲਾਉਂਦੇ ਰਹੇ ਨੇ ਆਪਣੀ ਦੁਕਾਨਦਾਰੀ ਚਲਾਉਣ ਵਾਸਤੇ। ਬਹੁਤ ਮੰਤਰ ਰਟਨ ਕਰ ਲੈ, ਬਹੁਤ ਯਾਦ ਕਰ ਲੈ, ਸਵਰਿਆ ਕੁਝ ਨਹੀਂ। ਵੇਦ ਪੁਰਾਣਾ ਪੜ੍ਹ ਪੜ੍ਹ ਥੱਕੇ, ਸਿਜਦੇ ਕਰਦਿਆਂ ਕੱਸ ਗਏ ਮੱਥੇ। ਨਾ ਰੱਬ ਤੀਰਥ ਨਾ ਰੱਬ ਮੱਕੇ, ਜਿਸ ਪਾਇਆ ਤਿਸ ਨੂਰ ਅਨਵਾਰ। ਇਸ਼ਕ ਦੀ ਨਵੀਓਂ ਨਵੀਂ ਬਹਾਰ। ਇਸ਼ਕ ਬਣਾ ਪ੍ਰਭੂ ਦਾ, ਆਸ਼ਿਕ ਬਣ ਉਸ ਮਾਲਕ ਦਾ। ਬਾਹੂ ਜੀ ਨੇ ਆਖਿਆ, ਨਾ ਮੈਂ ਆਲਮ ਨਾ ਮੈਂ ਫਾਜ਼ਲ, ਨਾ ਮੈਂ ਮੁਫਤੀ ਕਾਜ਼ੀ ਹੂੰ। ਨਾ ਦਿਲ ਮੇਰਾ ਦੋਜ਼ਖ ਮੰਗੇ, ਨਾ ਸ਼ੌਕ ਬਹਿਸ਼ਤੀ ਰਾਜ਼ੀ ਹੂੰ। ਨਾ ਮੈਂ ਤਰੀਹੇ ਰੋਜ਼ੇ ਰੱਖੇ, ਨਾ ਮੈਂ ਪਾਕ ਨਮਾਜ਼ੀ ਹੂੰ। ਬਾਜ ਸਵਾਲ ਅੱਲਾਹ ਦੇ ਬਾਹੂ, ਦੁਨੀਆ ਕੂੜੀ ਬਾਜ਼ੀ ਹੂੰ। ਮੈਨੂੰ ਤਾਂ ਗੁਰੂ ਨੇ ਸਮਝਾ ਦਿੱਤਾ ਹੈ ਕਿ ਬਾਜ ਸਵਾਲ ਅੱਲਾਹ ਦੇ ਬਾਹੂ, ਅੱਲਾਹ ਦੇ ਸਵਾਲ ਤੋਂ ਬਗੈਰ ਦੁਨੀਆ ਕੂੜੀ ਬਾਜ਼ੀ ਹੋ।
ਬਾਕੀ ਕਰਮ ਕਾਂਡ ਦੀ ਦੁਨੀਆ ਸਭ ਕੂੜ ਹੈ। ਭਾਵੇਂ ਕਾਗਜ਼ਾਂ ਦੇ ਢੇਰ ਲਿਖ ਲਿਖ ਲਾ, ਭਾਵੇਂ ਪੜ੍ਹ ਪੜ੍ਹ ਕੰਠ ਤੱਕ ਵਸਾ ਲੈ, ਗੱਲ ਬਣਨੀ ਨਹੀਂ। ਕਬੀਰ ਜੀ ਨੇ ਤਾਂ ਇੱਕ ਪੂਰਾ ਨਕਸ਼ਾ ਹੀ ਖਿੱਚ ਦਿੱਤਾ ਕਿ ਇਹ ਸ਼ਾਸਤਰ ਮਾਨੋ ਕੈਦਖਾਨਾ ਬਣ ਗਏ। ਸਿਆਹੀ ਨਾਲ ਲਿਖੀ ਕਰਮਕਾਂਡ ਦੀ ਮਰਿਆਦਾ ਕੈਦਖਾਨੇ ਦੇ ਬੰਦ ਦਰਵਾਜ਼ੇ ਬਣ ਗਏ। ਅੰਦਰ ਰੱਖੀਆਂ ਪੱਥਰ ਦੀਆਂ ਮੂਰਤੀਆਂ ਨੇ ਸੰਸਾਰ ਨੂੰ ਡੋਬ ਕੇ ਰੱਖ ਦਿੱਤਾ। ਪੁਜਾਰੀ ਲੋਕ, ਪੰਡਿਤ, ਪਾੜੀ ਬਾਠ ਡਾਕੇ ਮਾਰ ਰਹੇ ਹਨ। ਸਧਾਰਨ ਲੋਕਾਂ ਨੂੰ ਕਰਮਕਾਂਡ ਦੀ ਮਰਿਆਦਾ 'ਚ ਪਾ ਕੇ ਦਾਨ ਦਛਣਾ ਰਾਹੀਂ ਲੁੱਟ ਰਹੇ ਨੇ। ਪੜ੍ਹ ਕਰ ਉੱਚਾ ਕੂਕੈ ਖਲਕ ਸੁਣਾਏਂਦਾ, ਮਨ ਕੀ ਤਾਕੀ ਖੋਹਲ ਨਾ ਝਾਤੀ ਪਾਏਂਦਾ। ਔਰਨ ਕੋ ਉਪਦੇਸ਼ ਨਾ ਆਪ ਵਿਚਾਰਦਾ, ਵਜੀਦਾ ਜਨਮ ਅਮੋਲ ਕਿਉਂ ਜੂਏ ਹਾਰਦਾ। ਵਜੀਦ ਸਾਹਿਬ ਕਹਿੰਦੇ ਨੇ ਇਹ ਆਪਣੀ ਜੀਵਨ ਦੀ ਬਾਜੀ ਵੀ ਹਾਰ ਰਹੇ ਨੇ। ਗੁਰੂ ਲੜ ਲੱਗੇ ਬਿਨ ਗੁਜ਼ਾਰਾ ਨਹੀਂ, ਨਾ ਖੁਦਾ ਮਸੀਤੇ ਲੱਭਦਾ, ਨਾ ਖੁਦਾ ਖਾਨਾ ਕਾਬੇ, ਨਾ ਖੁਦਾ ਕੁਰਾਨ ਕਿਤਾਬਾਂ, ਨਾ ਖੁਦਾ ਵਿੱਚ ਨਮਾਜ਼ੇ, ਨਾ ਖੁਦਾ ਮੈਂ ਤੀਰਥ ਡਿੱਠਾ। ਐਵੇਂ ਪੈਂਡੇ ਝਾਗੇ ਬੁੱਲਾ ਸ਼ਾਹ ਜਦ ਮੁਰਸ਼ਿਦ ਮਿਲ ਗਿਆ, ਟੁੱਟੇ ਸਭ ਤਗਾਦੇ। ਇਹ ਤਗਾਦੇ ਟੁੱਟ ਜਾਂਦੇ ਨੇ, ਪੂਰਾ ਗੁਰੂ ਭਰਮ ਵਿੱਚੋਂ ਕੱਢ ਧਰਮ ਵਿੱਚ ਜੋੜ ਦਿੰਦਾ ਹੈ। ਕਬੀਰ ਸਾਹਿਬ ਕਹਿੰਦੇ ਨੇ ਪੁਜਾਰੀ ਸ਼੍ਰੇਣੀ ਤੋਂ ਵੀ ਸਾਵਧਾਨ, ਜਿਹੜੀ ਕਰਮਕਾਂਡ ਵਿੱਚ ਪਾ ਕੇ ਕੇਵਲ ਲੁੱਟਣ ਦਾ ਹੀ ਕੰਮ ਕਰ ਰਹੀ ਦਿਖਾਈ ਦਿੰਦੀ ਹੈ। ਪੱਥਰ ਨਹੀਂ, ਪਰਮਾਤਮਾ ਦੀ ਪੂਜਾ ਕਰਨੀ ਹੈ। ਉਸ ਦਾ ਕੋਈ ਆਕਾਰ ਨਹੀਂ। ਹਰ ਘੜੀ ਹੋਈ ਮੂਰਤੀ ਬੰਦੇ ਦੀ ਕਲਪਨਾ ਹੈ। ਹਰ ਬਣਾਈ ਹੋਈ ਤਸਵੀਰ ਬੰਦੇ ਦੀ ਕਲਪਨਾ ਹੈ। ਨਿਰੰਕਾਰ ਮੂਰਤੀਆਂ, ਤਸਵੀਰਾਂ ਬੁੱਤਾਂ ਤੋਂ ਪਾਰ ਹੈ। ਇਨਸਾਨ ਦੇ ਅੰਦਰ ਵਸੀ ਹੋਈ ਜੋਤ ਹੈ, ਜਿੱਥੇ ਇਹ ਦੇਖਦਾ ਨਹੀਂ। ਅਸਲੀ ਧਰਮੀ ਪੁਰਸ਼ ਆਪਣੇ ਅੰਦਰ ਝਾਤ ਮਾਰਦੇ ਨੇ, ਉਸੇ ਦੀ ਆਵਾਜ਼ ਅੰਦਰੋਂ ਸੁਣਦੇ ਨੇ, ਉਸੇ ਦੇ ਦੀਦਾਰ ਸ੍ਰਿਸ਼ਟੀ ਦੇ ਕਣ ਕਣ ਵਿੱਚ ਕਰਕੇ ਨਿਹਾਲ ਹੁੰਦੇ ਹਨ। ਵਾਹਿਗੁਰੂ ਜੀ ਕਿਰਪਾ ਕਰਨ, ਅਸੀਂ ਪਾਖੰਡ, ਪ੍ਰਪੰਚ, ਭਰਮ ਦੀ ਦੁਨੀਆ ਤੋਂ ਮੁਕਤ ਹੋ ਮਾਲਕ ਨਾਲ ਜੁੜ ਸਕੀਏ। ਭੁੱਲਾਂ ਖਿਮਾ ਕਰਨੀਆਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।